ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਅੱਜ ਦੀ ਨਵੀਂ ਅਪਡੇਟ ਦੇ ਨਾਲ ਜਸਜੀਤ ਸਿੰਘ ਧਾਮੀ ਹਾਜ਼ਰ ਹੋ ਰਿਹਾ। ਪਹਿਲਾਂ ਆਪਾਂ ਗੱਲਬਾਤ ਕਰਾਂਗੇ ਜੀ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੀ। ਪਿਛਲੇ ਸਮੇਂ ਤੋਂ ਜਦੋਂ ਤੋਂ ਕੋਵਿਡ-19 ਦਾ ਪ੍ਰਕੋਪ ਚੱਲਿਆ ਹੋਇਆ ਆ, ਉਸ ਸਮੇਂ ਤੋਂ ਵੱਖ-ਵੱਖ ਥਾਵਾਂ ਦੇ ਉੱਤੇ ਇਹ ਲੰਗਰ ਪਹੁੰਚਾਉਣ ਦਾ ਜਿਹੜਾ ਆਪਣਾ ਉਪਰਾਲਾ ਕਰ ਰਹੇ ਨੇ, ਤਾਂ ਗੁਰਦੁਆਰਾ ਸਾਹਿਬ ਤੋਂ ਲੰਗਰ ਜਿਹੜਾ ਮੁਹੱਈਆ ਕਰਾ ਰਹੇ ਨੇ, ਜਿਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਵੀ ਸੀਗੇ ਅਤੇ ਹੋਰ ਵੀ ਸੰਗਤਾਂ ਸੀਗੀਆਂ। ਬੀਤੇ ਦਿਨ ਇਹਨਾਂ ਨੇ ਇੱਕ ਟੂਰ ਪ੍ਰੋਗਰਾਮ ਬਣਾਇਆ ਜੀ, ਜਿਹੜੇ ਵਲੰਟੀਅਰ ਕੰਮ ਕਰਦੇ ਸੀਗੇ ਉਹਨਾਂ ਵਾਸਤੇ, ਅਤੇ ਨਾਲ ਜਿਹੜੇ ਉਹਦਾ ਸਹਿਯੋਗੀ ਸੀ ਉਹਨਾਂ ਵਾਸਤੇ। ਅਤੇ ਕਾਫੀ ਸੰਗਤ 5 ਬੱਸਾਂ ਦੇ ਵਿੱਚ ਸੰਗਤ ਜਿਹੜੀ ਆ ਇੱਕ ਇੱਥੇ ਪਹਾੜੀ ਏਰੀਏ ਦੇ ਵਿੱਚ ਗਈ ਹੈ, ਅਤੇ ਜਿੱਥੇ ਉਹਨਾਂ ਨੇ ਸਾਰਾ ਦਿਨ ਉਹਨਾਂ ਆਬਾਦੀਆਂ ਦਾ ਆਨੰਦ ਮਾਣਿਆ। ਅਤੇ ਕੁਝ ਆਪਾਂ ਉਹ ਤਸਵੀਰਾਂ ਉਹਨਾਂ ਦੀਆਂ ਸ਼ੇਅਰ ਕਰਾਂਗੇ ਤੁਹਾਡੇ ਨਾਲ। ਉੱਥੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਉਸ ਮੌਕੇ 'ਤੇ ਉੱਥੇ ਕਵੀਸ਼ਰੀ ਜਥੇ ਨੇ ਵੀ ਆਪਣੀ ਹਾਜ਼ਰੀ ਭਰੀ, ਅਤੇ ਆਓ ਆਪਾਂ ਦਿਖਾਉਂਦੇ ਹਾਂ ਤੁਹਾਨੂੰ। ਸਾਬਣ ਤੇ ਨਿਰਮਲ ਪਾਣੀ ਨਾਲ ਪਾਪਾਂ ਨਾਮਤ ਹੈ ਭਰੀ ਹੋਈ, ਇਹ ਸਾਬ ਹੋਵੇਗੀ ਪਾਣੀ ਨਾਲ। ਮੁੱਲ ਮਿੱਠ ਤੇ ਪਿਆਰ ਦੇ ਭਰ ਦੇਵੋ, ਹੰਕਾਰ ਚਿਤਾਉਣ ਨ ਅਕੜਾਵਾ, ਜੇ ਅੱਖਾਂ ਤਾਂ ਹੀ ਜਿੰਦਾ ਹਾਂ, ਤੂੰ ਵਿਸਰ ਜਾਵੇਂ ਤਾਂ ਮਰ ਜਾਵਾਂ। ਹਰ ਜੱਪਿਆ ਸੇ ਹਰ ਹੋਏ, ਜਿਨ ਮਿਲਿਆ ਕਿਲਕ ਲਾਲੀ ਜੀ। ਉਹ ਦੁਨੀਆ ਦੇ ਵਿੱਚ ਰਲਦੇ ਨਹੀਂ, ਭਗਤਾਂ ਦੀ ਚਾਲ ਨਿਰਾਲੀ ਜੀ। ਖਣ ਮੱਖਣ ਮੁਸਾਫਰ ਅਰਜ ਕਰੇ, ਖਣ ਮੱਖਣ ਮੁਸਾਫਰ ਅਰਜ ਕਰੇ, ਤੇਰੀ ਮਹਿਮਾ ਸਾਥੀਆਂ ਸੰਗ ਗਾਵਾਂ, ਜੇ ਆਖਾਂ ਤਾਂ ਹੀ ਜਿੰਦਾ ਹਾਂ, ਤੂੰ ਵਿਸਰ ਜਾਵੇਂ ਤਾਂ ਮਰ ਜਾਵਾਂ, ਤੂੰ ਵਿਸਰ ਜਾਵੇਂ ਤਾਂ ਮਰ ਜਾਵਾਂ, ਤੂੰ ਵਿਸਰ ਜਾਵੇਂ ਤਾਂ ਮਰ ਜਾਵਾਂ। ਇਸ ਦੇ ਨਾਲ ਹੀ ਜੇ ਆਪਾਂ ਕੈਲਗਰੀ ਸਟੈਂਪੀਡ ਮੇਲੇ ਦੀ ਗੱਲ ਕਰੀਏ, ਹਰ ਸਾਲ ਜੁਲਾਈ ਮਹੀਨੇ ਦੇ ਵਿੱਚ ਇਹ ਮੇਲਾ ਜਿਹੜਾ ਆ 10 ਦਿਨ ਚੱਲਦਾ ਆ ਜੀ, ਜਿਸ ਦੇ ਵਿੱਚ ਘੋੜ ਸਵਾਰ, ਪਸ਼ੂਆਂ ਦੀਆਂ ਦੌੜਾਂ ਅਤੇ ਹੋਰ ਬਹੁਤ ਸਾਰੇ ਵਧੀਆ ਕਰਤੱਵ ਦਿਖਾਏ ਜਾਂਦੇ ਆ, ਅਤੇ ਇੱਕ ਖਿੱਚ ਦਾ ਕੇਂਦਰ ਬਣੇ ਹੋਏ ਹੁੰਦੇ ਆ। ਦੇਸ਼ ਵਿਦੇਸ਼ ਤੋਂ ਸਾਰੀਆਂ ਸੰਗਤਾਂ ਲੋਕੀ ਜਿਹੜੇ ਇਸ ਮੇਲੇ ਨੂੰ ਦੇਖਣ ਆਉਂਦੇ ਨੇ, ਅਤੇ ਇੱਥੇ ਹੋਟਲਾਂ ਦੇ ਵਿੱਚ ਜਗ੍ਹਾ ਨਹੀਂ ਹੁੰਦੀ, ਬੁਕਿੰਗ ਇੰਨੀ ਹੋ ਜਾਂਦੀ ਆ, ਅਤੇ ਇਸ ਦੇ ਨਾਲ ਹੀ ਕੋਈ ਰੈਂਟ 'ਤੇ ਕਾਰ ਵੀ ਨਹੀਂ। ਕੋਵਿਡ-19 ਕਰਕੇ ਇਸ ਟਾਈਮ ਉਹ ਮੇਲਾ ਨਹੀਂ ਹੋ ਸਕਿਆ। ਬੀਤੀ ਸ਼ਾਮ ਉਹ ਆਖਰੀ ਦਿਨ ਸੀਗਾ ਜੀ ਮੇਲੇ ਦਾ, ਅਤੇ ਉਸ ਦਿਨ ਸਿਟੀ ਆਫ ਕੈਲਗਰੀ ਵੱਲੋਂ ਅਤੇ ਪ੍ਰਬੰਧਕ ਕਮੇਟੀ ਜਿਹੜੀ ਇਹਨਾਂ ਦੀ ਹੁੰਦੀ ਹੈ ਸਟੈਂਪੀਡ ਦੀ, ਉਹਨਾਂ ਵੱਲੋਂ ਅਸ਼ਤਬਾਜ਼ੀ ਅਤੇ ਪਟਾਕੇ ਚਲਾਏ ਗਏ, ਜਿੱਥੇ ਕਿ ਲੋਕਾਂ ਨੇ ਦੂਰ ਖੜ੍ਹ ਕੇ ਘਰਾਂ ਦੇ ਵਿੱਚ ਵੀ ਅਤੇ ਨਾਲ ਆਪਣੇ ਉੱਥੇ ਸੜਕਾਂ ਦੇ ਉੱਤੇ ਜਾ ਕੇ ਇਹ ਆਨੰਦ ਮਾਣਿਆ, ਅਤੇ ਆਪਾਂ ਉਹ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਜੀ।
ਜੇ ਆਪਾਂ ਗੱਲ ਕਰੀਏ ਹਲਕਾ ਫਲਕਰੇਜ ਤੋਂ ਵਿਧਾਇਕ ਦਵਿੰਦਰ ਤੂਰ ਹੋਣਾ ਦੀ, ਉਹਨਾਂ ਨੇ ਇੱਕ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ ਕਿ ਉਹਨਾਂ ਦੀ ਸਰਕਾਰ ਵੱਲੋਂ ਕੋਵਿਡ-19 ਦੀ ਜਿਹੜੀ ਇਹ ਤੋਂ ਪ੍ਰਭਾਵਿਤ ਹੋਇਆ ਤੇ ਉਹ ਆਰਥਿਕ ਮੰਦੀ ਦੇ ਕਾਰਨ ਉਹਨਾਂ ਨੇ ਕਿਹਾ ਵੀ ਰਿਕਵਰੀ ਯੋਜਨਾ ਇੱਕ ਜਾਰੀ ਕੀਤੀ ਜਾ ਰਹੀ ਆ, ਜਿਸ ਦੇ ਵਿੱਚ ਕੋਈ ਜੌਬ ਦਾ ਵੀ ਹੋਵੇਗਾ ਤੇ ਹੋਰ ਵੀ ਜਿਹੜੇ ਬਿਜ਼ਨਸਾਂ ਨੂੰ ਜਿਹੜਾ ਸਪੋਰਟ ਮਿਲੇਗੀ। ਉਹਨਾਂ ਵੱਲੋਂ ਭੇਜਿਆ ਹੋਇਆ ਸਾਡੇ ਨਾਲ ਗੱਲ ਜਿਹੜੀ ਕੀਤੀ ਆ ਮੈਸੇਜ, ਉਹ ਆਪਾਂ ਆਪਣੇ ਦਰਸ਼ਕਾਂ ਨਾਲ ਹੁਣ ਸਾਂਝਾ ਕਰਦੇ ਹਾਂ ਜੀ। ਹੈਲੋ ਐਵਰੀਵਨ, ਮੈਂ ਦਵਿੰਦਰ ਤੂਰ MLA ਕੈਲਗਰੀ ਫਾਲਕਨਰਿਜ ਤੋਂ। ਇਸ ਹਫ਼ਤੇ ਸਾਡੀ ਸਰਕਾਰ ਨੇ ਕੋਵਿਡ-19 ਤੋਂ ਪ੍ਰਭਾਵਿਤ ਆਰਥਿਕ ਮੰਦੀ ਤੇ ਹਾਲ ਹੀ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਜਵਾਬ ਵਿੱਚ ਇੱਕ ਆਰਥਿਕ ਰਿਕਵਰੀ ਯੋਜਨਾ ਜਾਰੀ ਕੀਤੀ ਹੈ। ਅਲਬਰਟਾ ਰਿਕਵਰੀ ਯੋਜਨਾ ਇੱਕ ਬੋਲਡ ਨੀਤੀ ਤੇ ਆਧਾਰਿਤ ਹੈ ਜੋ ਕਿ ਸੂਬੇ ਵਿੱਚ ਨੌਕਰੀਆਂ ਪੈਦਾ ਕਰੇਗੀ ਅਤੇ ਅਲਬਰਟਾ ਨੂੰ ਲੰਬੇ ਸਮੇਂ ਲਈ ਬਥੇਰੇ ਵਪਾਰ ਲਈ ਆਕਰਸ਼ਿਤ ਕਰੇਗੀ। ਇਸ ਤੋਂ ਇਲਾਵਾ ਸਾਡੀ ਯੋਜਨਾ ਗਲੋਬਲ ਨਿਵੇਸ਼ਕਾਂ ਨੂੰ ਦਰਸਾਏਗੀ ਕਿ ਸਾਡਾ ਮਤਲਬ ਅਲਬਰਟਾ ਵਪਾਰ ਲਈ ਮੁੜ ਤੋਂ ਖੁੱਲ੍ਹ ਚੁੱਕਾ ਹੈ। ਪ੍ਰੋਜੈਕਟਾਂ ਲਈ $10 ਬਿਲੀਅਨ ਦੀ ਬਣ ਨਾਲ ਸਾਡੀ ਸਰਕਾਰ ਅਲਬਰਟਾ ਦੇ ਇਤਿਹਾਸ ਵਿੱਚ ਬੁਨਿਆਦੀ ਇਨਫਰਾਸਟ੍ਰਕਚਰ ਦੇ ਨਿਰਮਾਣ ਵਿੱਚ ਸਭ ਤੋਂ ਵੱਡੇ ਨਿਵੇਸ਼ ਨਾਲ ਅੱਗੇ ਵਧ ਰਹੀ ਹੈ। ਇਸ ਦਾ ਅਰਥ ਹੈ ਕਿ ਸੜਕਾਂ, ਪੁਲਾਂ, ਹਸਪਤਾਲਾਂ, ਸਕੂਲ ਤੇ ਸਾਡੇ ਪਿਆਰੇ ਬਜ਼ੁਰਗਾਂ ਲਈ ਲੰਬੇ ਸਮੇਂ ਦੀ ਦੇਖਭਾਲ ਵਾਲੇ ਘਰਾਂ ਦੇ ਨਿਰਮਾਣ ਦੇ ਜ਼ਰੀਏ ਤੁਰੰਤ ਹਜ਼ਾਰਾਂ ਵਧੀਆ ਨੌਕਰੀਆਂ ਪੈਦਾ ਕਰਨਾ। ਅਲਬਰਟਨਸ ਨੇ ਇਸ ਮਹਾਮਾਰੀ ਦੀ ਮੁਕਾਬਲਾ ਬਹੁਤ ਚੁਣੌਤੀ ਨਾਲ ਕੀਤਾ ਹੈ ਤੇ ਹੁਣ ਸਾਨੂੰ ਆਪਣੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਮੁੜ ਇਕੱਠੇ ਹੋਣਾ ਚਾਹੀਦਾ ਹੈ। ਮੈਨੂੰ ਇਸ ਅਲਬਰਟਾ ਰਿਕਵਰੀ ਯੋਜਨਾ ਦਾ ਸਮਰਥਨ ਕਰਨ ਤੇ ਬਹੁਤ ਮਾਣ ਹੈ ਜੋ ਸਾਡੇ ਸੂਬੇ ਨੂੰ ਵਿਕਾਸ, ਵਿਭਿੰਨਤਾ ਤੇ ਭਵਿੱਖ ਲਈ ਨਵੀਨੀਕਰਨ ਦੇ ਰਾਹ ਤੇ ਲੈ ਕੇ ਜਾਊਗੀ। ਧੰਨਵਾਦ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਜੀ NDP ਪਾਰਟੀ ਦੀ। ਅਲਬਰਟਾ ਦੀ NDP ਪਾਰਟੀ ਦੇ ਕੈਲਗਰੀ ਵਿਖੇ ਇੱਕ ਨੌਜਵਾਨ ਜਿਹੜੇ ਆ ਸਰਗਰਮ ਵਰਕਰ ਨੇ, ਉਹਨਾਂ ਨੇ ਅੱਜ ਗੱਲਬਾਤ ਕਰਦਿਆਂ ਦੱਸਿਆ ਵੀ ਜਿਹੜੀ ਗੜੇਮਾਰੀ ਹੋਈ ਸੀਗੀ ਸਰਕਾਰ ਜਿਹੜੀ ਮੌਜੂਦਾ UCP ਦੀ ਆ, ਉਹਨਾਂ ਵੱਲੋਂ ਸਿਰਫ ਲੋਕਾਂ ਨੂੰ ਇੱਕ ਬਿਆਨ ਦੇ ਕੇ ਸਿਰਫ ਲੋਕਾਂ ਨੂੰ ਭਰਮਾਇਆ ਗਿਆ ਵੀ ਲੋਕੀ ਚੁੱਪ ਕਰਕੇ ਬੈਠ ਜਾਣ, ਲੇਕਿਨ ਹਜੇ ਤੱਕ ਕੋਈ ਵੀ ਉਹਨਾਂ ਨੂੰ ਸਹਾਇਤਾ ਜਾਰੀ ਨਹੀਂ ਕੀਤੀ ਗਈ। ਕੁਝ ਵਾਹਨ ਜਿਹੜੇ ਆ ਉਹਨਾਂ ਦੀ ਇੰਸ਼ੋਰੈਂਸ ਕਟਾਈ ਸੀ ਕੋਵਿਡ-19 ਕਰਕੇ, ਲੋਕਾਂ ਕੋਲ ਕੰਮ ਨਹੀਂ ਸੀਗਾ, ਲੇਕਿਨ ਉਹ ਵਾਹਨਾਂ ਦੀ ਵੀ ਜਿਹੜੀ ਕੋਈ ਵੀ ਰਿਕਵਰੀ ਨਹੀਂ ਹੋ ਰਹੀ। ਲੇਕਿਨ ਉਹਨਾਂ ਨੇ ਇਹਦੀ ਚੀਜ਼ ਦੀ ਨਿਖੇਧੀ ਕੀਤੀ ਆ ਸਰਕਾਰ ਦੀ। ਉਹਨਾਂ ਨੇ ਆਖਿਆ ਵੀ ਇਹ ਜਿਹੜੀ ਸਰਕਾਰ ਆ ਬਿਨਾਂ ਲਾਰਿਆਂ ਤੋਂ ਕੁਝ ਨਹੀਂ ਕਰ ਰਹੀ। NDP ਸਰਕਾਰ ਦੇ ਮੌਕੇ ਜਦੋਂ ਉਹਨਾਂ ਦੀ ਸਰਕਾਰ ਸੀਗੀ, ਹਰ ਵਰਗ ਦਾ ਉਹਨਾਂ ਨੇ ਖਿਆਲ ਰੱਖਿਆ, ਕੋਈ ਵੀ ਕਿਸੇ ਨਾਲ ਕੋਈ ਮਤਭੇਦ ਨਹੀਂ ਰੱਖਿਆ ਤੇ ਸਹੂਲਤਾਂ ਜਿੰਨੀਆਂ ਸੀਗੀਆਂ ਉਹ ਬੰਦ ਕੀਤੀਆਂ ਗਈਆਂ। ਆਓ ਆਪਾਂ ਹੁਣ ਦੇ ਨਾਲ ਜਿਹੜਾ ਇੱਕ ਉਹਨਾਂ ਨੇ ਮੈਸੇਜ ਸਾਨੂੰ ਭੇਜਿਆ, ਗੱਲਬਾਤ ਕੀਤੀ ਆ, ਉਹ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਗੁਰਿੰਦਰ ਬਰਾੜ ਹੈ ਤੇ ਆਪਾਂ ਨੂੰ ਸਭ ਨੂੰ ਪਤਾ ਕਿ 13 ਜੂਨ ਨੂੰ ਜੋ ਕੈਲਗਰੀ ਨਾਰਥ ਈਸਟ ਦੇ ਵਿੱਚ ਹੇਲ ਸਟਾਰਮ ਆਇਆ, ਉਹਦੇ ਨਾਲ ਮੋਰ ਦੈਨ $1.2 ਬਿਲੀਅਨ ਦਾ ਨੁਕਸਾਨ ਕੈਲਗਰੀ ਨਾਰਥ ਈਸਟ ਦੇ ਵਾਸੀਆਂ ਨੇ ਝੱਲਿਆ। ਪਹਿਲਾਂ ਤਾਂ ਕਰੋਨਾ ਵਾਇਰਸ ਦੇ ਕਰਕੇ ਨੌਕਰੀਆਂ ਦਾ ਨੁਕਸਾਨ ਹੋਇਆ ਤੇ ਉੱਪਰੋਂ ਗੜੇਮਾਰੀ ਦੇ ਕਰਕੇ ਉਹਨਾਂ ਦੇ ਘਰਾਂ ਤੇ ਉਹਨਾਂ ਦੀਆਂ ਕਾਰਾਂ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੋਇਆ। ਸੋ ਉਸ ਦਿਨ ਤੋਂ ਲੈ ਕੇ NDP ਲੀਡਰ ਰੇਚਲ ਨੌਟਲੀ ਤੇ MLA ਇਰਫਾਨ ਸਾਬਿਰ ਨੇ ਮਿਲ ਕੇ ਇਹ ਮੰਗ ਰੱਖੀ ਸੀ ਕਿ ਜੇਸਨ ਕੈਨੀ ਤੇ UCP ਸਰਕਾਰ ਦੇ ਸਾਹਮਣੇ ਕਿ ਇਸ ਨੂੰ ਨੈਚੁਰਲ ਡਿਜ਼ਾਸਟਰ ਡਿਕਲੇਅਰ ਕੀਤਾ ਜਾਵੇ ਤੇ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਸ ਦੀ ਭਰਪਾਈ ਕੀਤੀ ਜਾਵੇ। ਉਸ ਦਿਨ ਤੋਂ ਲੈ ਕੇ ਅੱਜ ਤੱਕ ਜੇਸਨ ਕੈਨੀ ਤੇ ਉਹਨਾਂ ਦੀ UCP ਸਰਕਾਰ ਨੇ ਇਸ ਨੂੰ ਨੈਗਲੈਕਟ ਕੀਤਾ, ਇਸ ਨੂੰ ਇਗਨੋਰ ਕੀਤਾ। 25 ਜੂਨ ਨੂੰ ਜਿਹੜਾ ਉਹਨਾਂ ਨੇ ਰਿਲੀਫ ਪ੍ਰੋਗਰਾਮ ਅਨਾਉਂਸ ਕੀਤਾ ਸੀ, ਉਹਦੇ ਵਿੱਚ ਹੇਲ ਡੈਮੇਜ ਕਵਰ ਨਹੀਂ ਸੀ ਕੀਤੇ ਗਏ, ਉਹਦੇ ਵਿੱਚ ਸੂਅਰ ਬੈਕਅਪਸ ਕਵਰ ਨਹੀਂ ਸੀ ਕੀਤੇ ਗਏ, ਉਹਦੇ ਵਿੱਚ ਥਰਡ ਪਾਰਟੀ ਇੰਸ਼ੋਰੈਂਸਿਸ ਦਾ ਨੁਕਸਾਨ ਜਿਹੜਾ ਉਹ ਨਹੀਂ ਸੀ ਕਵਰ ਕੀਤਾ ਗਿਆ, ਉਹਦੇ ਵਿੱਚ ਡਿਡਕਟੀਬਲਸ ਕਵਰ ਨਹੀਂ ਸੀ ਕੀਤੇ ਗਏ। ਔਰ ਅੱਜ ਤੱਕ ਲੋਕ ਇਸ ਸਰਕਾਰ ਵੱਲ ਦੇਖ ਰਹੇ ਹੈ ਕਿ ਉਹਨਾਂ ਦੀ ਮਦਦ ਲਈ ਇਹ ਸਰਕਾਰ ਅੱਗੇ ਆਏਗੀ ਤੇ ਉਹਨਾਂ ਦੇ ਨੁਕਸਾਨ ਦੀ ਭਰਪਾਈ ਕਰੇਗੀ। ਪਰ ਅਫਸੋਸ ਹੈ ਕਿ ਵਾਰ-ਵਾਰ ਉਹਨਾਂ ਦੇ ਅੱਗੇ ਇਹ ਮੰਗ ਰੱਖਣ ਦੇ ਬਾਵਜੂਦ ਉਹ ਇਸ ਨੂੰ ਇਗਨੋਰ ਕਰ ਰਹੇ ਹਨ। ਔਰ ਮੈਂ ਆਪ ਸਭ ਦੇ ਅੱਗੇ ਇਹ ਬੇਨਤੀ ਕਰਦਾ ਕਿ ਅਲਬਰਟਾ NDP ਕਾਕਸ ਦੇ ਪੇਜ ਤੇ ਜਾ ਕੇ ਪਟੀਸ਼ਨ ਸਾਈਨ ਕਰੋ ਤਾਂ ਕਿ ਇਸ ਸਰਕਾਰ ਦੇ ਸਾਹਮਣੇ ਦੁਬਾਰਾ ਤੋਂ ਮੰਗ ਰੱਖੀ ਜਾ ਸਕੇ ਔਰ ਆਮ ਲੋਕਾਂ ਵੱਲੋਂ ਮੰਗ ਰੱਖੀ ਜਾ ਸਕੇ ਕਿ ਉਹਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਥੈਂਕ ਯੂ। ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਜੀ ਅੰਕੜਿਆਂ ਦੀ।
ਕੋਵਿਡ-19 ਦੇ ਵਿੱਚ ਜਿਹੜਾ ਪਿਛਲੇ ਦਿਨਾਂ ਤੋਂ ਕੈਨੇਡਾ ਦੇ ਵਿੱਚ ਕੇਸ ਸਾਹਮਣੇ ਆ ਰਹੇ ਨੇ ਜੀ 1,07,820 ਜਿਹੜੇ ਆ ਹੁਣ ਤੱਕ ਕੇਸ ਸਾਹਮਣੇ ਆਏ ਨੇ। ਮੌਤਾਂ ਦੀ ਗਿਣਤੀ 8,784 ਹੋ ਚੁੱਕੀ ਹੈ ਜੀ। ਜਿਸ ਦੇ ਨਾਲ ਆਪਾਂ ਅਲਬਰਟਾ ਦੀ ਗੱਲ ਕਰੀਏ 8,826 ਕੇਸ ਜਿਹੜੇ ਸਾਹਮਣੇ ਆਏ ਨੇ। ਪਿਛਲੇ 3 ਦਿਨਾਂ ਦੀ ਰਿਪੋਰਟ ਜਿਹੜੀ ਅੱਜ ਜਾਰੀ ਕੀਤੀ ਹੈ ਜੀ ਉਹਨਾਂ ਨੇ 10 ਜੁਲਾਈ ਨੂੰ 54 ਕੇਸ ਸਾਹਮਣੇ ਆਏ ਸੀ, 11 ਜੁਲਾਈ ਨੂੰ 96 ਕੇਸ ਆਏ ਸੀ ਤੇ 12 ਜੁਲਾਈ ਨੂੰ ਅੱਜ ਜਿਹੜੀ ਰਿਪੋਰਟ ਜਾਰੀ ਹੋਈ ਹੈ ਤੇ ਉਹਦੇ 80 ਕੇਸ ਸਾਹਮਣੇ ਆਏ ਨੇ ਜੀ। ਇਹ ਉਹਨਾਂ ਨੇ ਵੱਖ-ਵੱਖ ਜਿਹੜੀ ਜਾਣਕਾਰੀ ਦਿੱਤੀ ਆ, ਪਿਛਲੇ ਦਿਨਾਂ ਤੋਂ ਕੋਈ ਵੀ ਸਿਹਤ ਵਿਭਾਗ ਵੱਲੋਂ ਕੋਈ ਜਾਰੀ ਨਹੀਂ ਕੀਤੀ ਗਈ ਸੀ, ਲੇਕਿਨ ਅੱਜ ਉਹਨਾਂ ਨੇ ਇਹ 3 ਦਿਨਾਂ ਦੀ ਜਾਣਕਾਰੀ ਵੱਖ-ਵੱਖ ਅੰਕੜਿਆਂ ਦੇ ਨਾਲ ਜਾਰੀ ਕੀਤੀ ਆ। ਇਸ ਦੇ ਨਾਲ ਹੀ ਜੇ ਆਪਾਂ ਐਕਟਿਵ ਕੇਸਾਂ ਦੀ ਗੱਲ ਕਰੀਏ 676 ਕੇਸ ਜਿਹੜੇ ਆ ਉਹ ਸਾਹਮਣੇ ਆਏ ਨੇ ਜੀ। ਤੰਦਰੁਸਤ ਕੇਸ ਜਿਹੜੇ ਹੋਏ ਨੇ ਉਹ 7,929 ਹੋਏ ਨੇ ਜੀ। ਇਸ ਵੇਲੇ ਹਸਪੀਟਲ ਦੇ ਵਿੱਚ 45 ਮਰੀਜ਼ ਦਾਖਲ ਨੇ ਜੀ ਤੇ ਨਾਲ ਹੀ ICU ਦੇ ਵਿੱਚ ਜਿਹੜੇ ਨੇ ਉਹ 10 ਨੇ ਜੀ ਤੇ ਮੌਤਾਂ ਦੀ ਗਿਣਤੀ ਹੁਣ ਤੱਕ 161 ਹੋ ਚੁੱਕੀ ਆ। ਜੇ ਆਪਾਂ ਟੈਸਟਾਂ ਦੀ ਗੱਲ ਕਰੀਏ ਹੁਣ ਤੱਕ ਟੈਸਟ ਜਿਹੜੇ 5,40,102 ਹੋ ਚੁੱਕੇ ਨੇ। ਵੱਖ-ਵੱਖ ਜ਼ੋਨਾਂ ਦੀ ਜੇ ਗੱਲ ਕਰਦੇ ਹਾਂ ਜੀ ਕੈਲਗਰੀ ਜ਼ੋਨ ਦੇ ਵਿੱਚ 5,619 ਕੇਸ ਸਾਹਮਣੇ ਆਏ ਨੇ। ਐਡਮਿੰਟਨ ਦੇ ਵਿੱਚ 1,252 ਕੇਸ ਸਾਹਮਣੇ ਆਏ ਨੇ। ਸੈਂਟਰਲ ਜ਼ੋਨ ਦੇ ਵਿੱਚ 127 ਕੇਸ ਸਾਹਮਣੇ ਆਏ ਨੇ। ਜੇ ਆਪਾਂ ਸਾਊਥ ਜ਼ੋਨ ਦੀ ਗੱਲ ਕਰੀਏ 1,424 ਕੇਸ ਸਾਹਮਣੇ ਆਏ ਨੇ ਜੀ। ਇਸ ਦੇ ਨਾਲ ਹੀ ਨਾਰਥ ਜ਼ੋਨ ਦੇ ਵਿੱਚ 379 ਕੇਸ ਸਾਹਮਣੇ ਨੇ। 25 ਕੇਸ ਵੱਖ-ਵੱਖ ਥਾਵਾਂ ਤੋਂ ਅਣਜਾਣ ਥਾਵਾਂ ਤੋਂ ਪਾਏ ਗਏ ਨੇ ਜਿਨ੍ਹਾਂ ਦੀ ਹਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ। ਤੇ ਲਓ ਆਪਾਂ ਹੁਣ ਸੁਣਦੇ ਹਾਂ ਡਾਕਟਰ ਡੀਨਾ ਹਿੰਸਾ ਜਿਹੜੇ ਕਿ ਸਿਹਤ ਵਿਭਾਗ ਦੇ ਚੀਫ ਨੇ, ਉਹਨਾਂ ਨਾਲ ਜਿਹੜੀ ਪ੍ਰੈਸ ਕਾਨਫਰੰਸ ਦੇ ਦੌਰਾਨ ਗੱਲਬਾਤ ਹੋਈ ਹੈ ਜੀ। With another 20 million non-medical masks being made available, I want to remind Albertans that when used properly, masks can protect others and help limit the spread of COVID-19. I am strongly recommending that all of us wear masks anytime we are out and can't maintain a 2-meter distance from others, especially in indoor spaces. Wearing a mask is a common sense precaution that should be part of everyone's new normal. There is detailed information available on alberta.ca to help anyone with questions about how to use and wear masks safely. The Premier, Minister and I have all talked about the fact that we all have a role in protecting each other. Masks are a part of our personal responsibility to manage the risk for ourselves and for others. Wearing one is the right thing to do, and I know that Albertans pitch in and help their neighbours when there is a need. This is part of pitching in against COVID-19, just like Albertans supported each other through floods and fires in the past. Of course, masks are only one part of the public health approach. There is no single way to protect ourselves from COVID-19. No one measure alone will eliminate all risks of exposure. Rather, the key to limiting the spread is adopting all of the various public health measures in our daily routines at work, at home, and in our free time. We are monitoring the spread of COVID-19 closely and taking quick and appropriate action to identify cases and resolve outbreaks as quickly and safely as possible. Our health system has plans to expand our capacity quickly if needed and continues to make COVID-19 a top priority. Spread of the virus is growing, however, with 54 new cases on July 10th, 96 new cases on July 11th, and 80 new cases yesterday. There are also more cases with unknown sources now than there were a week ago. We cannot do this alone. We need each other to get through this. Every one of us has a role to play in keeping each other safe. We all need to take our shared responsibility seriously. The effectiveness of the measures put in place depend on how well we all continue to stay home when sick and get tested, physically distance, wash or sanitize our hands, wear masks, and follow all other public health guidance. This is the best way to protect ourselves and those around us. Thank you. ਇਹ ਸੀ ਸਾਡੀ ਅੱਜ ਦੀ ਅਪਡੇਟ ਤੇ ਕੁਝ ਅਹਿਮ ਖਬਰਾਂ। ਕੱਲ੍ਹ ਦੁਬਾਰਾ ਫਿਰ ਨਵੀਂ ਅਪਡੇਟ ਦੇ ਨਾਲ ਹਾਜ਼ਰ ਹੋਵਾਂਗੇ। ਅਜੀਤ ਵੈਬ TV ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ।